सत श्री अकाल जी। वाहिगुरू जी का खालसा वाहिगुरू जी की फतेह। घरे बैठे हैं ਅਸੀਂ तलवाड़ा पिंड बाबा तलवाड़ा जी के घरे माता भी नाल बैठे आ। पहली गल तो हुण ये आ भी बाबा जी नूं असीं जल्दी तो जल्दी जेल चों बाहर लैके आईए, क्योंकि सारा पंजाब ही बाबा जी दे नाल खड़ा, इहदे च कोई शक नहीं। या साडा जुगराज आ, उहदी भी बेल एप्लीकेशन लगी हुई आ ते जुगराज दी बेल भी मंजूर होवे, ये वाहिगुरू नूं अरदास आ। बाबा जी की बेल भी मंजूर होवे, वाहिगुरू नूं ये भी अरदास आ साडी। ते साडा तां परिवार आ जी, परिवार दे नाल फिर दुख सुख च साडे परिवार भी सांझे आ, साडा खून भी सांझा ते दुख सुख भी सांझे आ। सो इसे लई रूबरू होए आ भी कुछ परिवारक दिल दीयां गल्लां करिए। एक गल बड़ी जरूरी जिहड़ी करनी सी ਉਹ ਇਹ ਆ ਵੀ ਕੁਛ ਦਿਨਾਂ ਤੋਂ ਇੱਕ ਫੋਟੋ ਜਿਹਦੇ 'ਚ ਤੀਰ ਆ ਮੇਰੇ ਹੱਥ 'ਚ, ਉਹ ਬੜੀ ਵਾਇਰਲ ਹੋਈ। ਫਿਰ ਕੋਈ ਹੋਰ ਕਈ ਤਰ੍ਹਾਂ ਦੀਆਂ ਪੋਸਟਾਂ ਵਾਇਰਲ ਹੋ ਰਹੀਆਂ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਮੇਰਾ ਕੰਪੈਰੀਜ਼ਨ ਕੀਤਾ ਜਾ ਰਿਹਾ, ਜਾਂ ਇਹ ਕਹਿ ਲਓ ਵੀ ਇਹੀ ਕਿਹਾ ਜਾ ਰਿਹਾ ਵੀ ਉਹਨਾਂ ਤੋਂ ਬਾਅਦ ਦੇਖੋ ਸਾਨੂੰ ਇੱਕ ਹੋਰ ਆਗੂ ਮਿਲ ਗਿਆ। ਇੱਕ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ, ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਸੰਤ ਸੀ ਜਿਹੜੇ ਇੱਕ ਰੂਹਾਨੀ ਸ਼ਖਸੀਅਤ ਸੀ ਤੇ ਮੈਂ ਇੱਕ ਆਮ ਮਨੁੱਖ ਹਾਂ, ਬੜੀਆਂ ਕਮੀਆਂ ਮੇਰੇ 'ਚ, ਤੇ ਉਹਨਾਂ ਨਾਲ ਮੁਕਾਬਲਾ ਤਾਂ ਕਿਸੇ ਵੀ ਲੈਵਲ ਤੇ ਜਾ ਕੇ ਨਹੀਂ ਹੋ ਸਕਦਾ। ਉਹਨਾਂ ਦੇ ਪੈਰ ਅਰਗੇ ਵੀ ਨਹੀਂ ਆਪਾਂ ਜੇ ਐਂ ਕਹੀਏ। ਕਿਉਂ ਇਹ ਗੱਲ ਸਮਝਣੀ ਸਾਡੇ ਲਈ ਕਿਉਂ ਬੜੀ ਜ਼ਰੂਰੀ ਹੁੰਦੀ ਆ? ਇੱਕ ਨਾ ਸੈਂਸ ਆਫ ਪ੍ਰਪੋਰਸ਼ਨ ਹੁੰਦਾ ਵੀ ਬੰਦਿਆਂ ਨੂੰ ਕਿੱਥੇ ਕਿ ਰੱਖਣਾ। ਇੱਕ ਰੂਹਾਨੀ ਸੰਤ ਜਿਹੜੀ ਸ਼ਖਸੀਅਤ ਤੇ ਇੱਕ ਬੰਦਾ ਆਮ ਮਨੁੱਖ ਜਿਹੜਾ ਦੁਨਿਆਵੀ ਮਨੁੱਖ ਜਿਹੜਾ ਆਪਾਂ ਕਹਿ ਸਕਦੇ ਹਾਂ, ਉਹਦੇ 'ਚ ਕੋਈ ਮੁਕਾਬਲਾ ਹੀ ਨਹੀਂ ਹੋ ਸਕਦਾ ਇਹਨਾਂ ਗੱਲਾਂ 'ਚ। ਸੋ ਜਿੰਨੀ ਕੁ ਮੇਰੀ ਸਮਰੱਥਾ, ਮੈਨੂੰ ਉਸੇ ਸਮਰੱਥਾ ਤੱਕ ਸਮਝਿਆ ਤੇ ਰੱਖਿਆ ਜਾਣਾ ਚਾਹੀਦਾ। ਉਹ ਤੋਂ ਉੱਪਰ ਆਪਾਂ ਨਾ ਗੱਲ ਨੂੰ ਲੈ ਕੇ ਜਾਈਏ, ਇਹ ਬੜੀ ਜ਼ਰੂਰੀ ਆ ਸਾਡੇ ਲਈ ਗੱਲ ਸਮਝਣੀ, ਕਿਉਂਕਿ ਅਸੀਂ ਕਈ ਵਾਰੀ ਇਸ ਗੱਲ 'ਚ ਖਤਾ ਖਾ ਜਾਂਦੇ ਆ। ਬੰਦਿਆਂ ਤੋਂ ਅਸੀਂ ਆਸਾਂ ਬਾਹਲੀਆਂ ਵੱਡੀਆਂ ਲਾਈ ਬੈਠੇ ਹੁੰਦੇ ਆ, ਬੰਦੇ ਓਡੇ ਜੋਗੇ ਹੁੰਦੇ ਹੀ ਨਹੀਂ। ਬਾਕੀ ਜੋ ਵਾਹਿਗੁਰੂ ਨੇ ਸੇਵਾ ਲੈਣੀ ਆ ਆਪਣੇ ਤੋਂ, ਉਹ ਤਾਂ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਆਪੇ ਲੈ ਲੈਣੀ ਆ। ਫਿਰ ਉਹਨਾਂ ਨੇ ਕੀ ਬਖਸ਼ ਕਰਨੀ ਆ, ਕਿਸ ਤਰ੍ਹਾਂ ਦੀ ਸਾਰੀ ਖੇਡ ਹੀ ਰਚਣੀ ਆ, ਇਹ ਕਹਿ ਲਓ। ਸੋ ਉਹ ਤਾਂ ਫਿਰ ਉਹਨਾਂ ਨੂੰ ਹੀ ਪਤਾ, ਉਹ ਤਾਂ ਗੱਲਾਂ ਹੀ ਡਿਵਾਈਨ ਆ, ਰੂਹਾਨੀ ਆ। ਪਰ ਐਟਲੀਸਟ ਮੇਰੀ ਸਮਝ 'ਚ ਜਿੰਨੀ ਗੱਲ ਆਉਂਦੀ ਆ ਵੀ ਸੰਤ ਇੱਕ ਰੂਹਾਨੀ ਸ਼ਖਸੀਅਤ ਸੀ, ਇੱਕ ਮਨੁੱਖ ਜਿਹੜੇ ਆਪਾਂ ਉਹੋ ਜਿਹੀਆਂ ਸ਼ਖਸੀਅਤਾਂ ਜਦੋਂ ਜਾਂ ਉਹੋ ਜਿਹੇ ਲੀਡਰ ਸਾਨੂੰ ਮਿਲਦੇ ਆ ਨਾ, ਉਹ ਲੀਡਰ ਸੰਗਤ ਦੀਆਂ ਲੰਮੀਆਂ ਅਰਦਾਸਾਂ, ਲੰਬੇ ਸਮੇਂ ਦੀਆਂ ਅਰਦਾਸਾਂ ਤੋਂ ਬਾਅਦ ਕਿਤੇ ਜਾ ਕੇ ਕੌਮਾਂ ਨੂੰ ਉਹੋ ਜਿਹੇ ਜੁਝਾਰੂ ਲੀਡਰ ਜਿਹੜੇ ਜਰਨੈਲ ਮਿਲਦੇ ਆ। ਸੋ ਉਹ ਤਾਂ ਇੱਕ ਗੱਲ ਹੀ ਰੂਹਾਨੀ ਸੀ। ਸੋ ਇਸ ਕਰਕੇ ਇਹ ਕੰਪੈਰੀਜ਼ਨ ਨਾ ਕੀਤਾ ਜਾਵੇ। ਬੰਦਿਆਂ ਨੂੰ ਸੈਂਸ ਆਫ ਪ੍ਰਪੋਰਸ਼ਨ ਨੂੰ ਸਮਝਦੇ ਹੋਏ, ਉਸ ਸੈਂਸ ਆਫ ਪ੍ਰਪੋਰਸ਼ਨ ਨੂੰ ਜਮਾਂ ਹੀ ਸਮਝ ਕੇ ਜਿੱਥੇ ਬੰਦਿਆਂ ਨੂੰ ਰੱਖਣਾ ਚਾਹੀਦਾ ਸਾਨੂੰ ਰੱਖਿਆ ਜਾਣਾ ਚਾਹੀਦਾ। ਅਗਲੀ ਗੱਲ ਆਪਾਂ ਜਿਹੜੀ ਹੋਰ ਇੱਕ ਕਰਨੀ ਸੀ ਵੀ ਉਹ ਤੀਰ ਵਾਲੀ ਫੋਟੋ ਕਿਵੇਂ, ਉਹਦਾ ਕੀ, ਉਹਦੇ ਪਿੱਛੇ ਕੀ ਪੂਰਾ ਇੱਕ ਬਿਰਤਾਂਤ ਆ। ਇੱਕ ਮੈਂ ਜਦੋਂ ਪਿੰਡੋਂ ਪਿੰਡ ਜਾ ਕੇ ਸਾਡੇ ਸੰਘਰਸ਼, ਕਿਸਾਨੀ ਸੰਘਰਸ਼ ਪ੍ਰਤੀ ਲੋਕਾਂ ਨੂੰ ਇਹ ਕਹਿ ਰਿਹਾ ਵੀ ਆਪਾਂ ਇਕੱਠੇ ਹੋ ਕੇ ਚੱਲੀਏ, ਏਕੇ 'ਚ ਰਹੀਏ, ਤਾਂ ਇੱਕ ਪਿੰਡ ਗਿਆ ਸੀ, ਪਿੰਡ ਦਾ ਨਾਂ ਭਗੌਰਾ, ਨਵੇਂ ਸ਼ਹਿਰ ਜ਼ਿਲ੍ਹੇ 'ਚ ਆਉਂਦਾ। ਉੱਥੇ ਗੁਰਦੁਆਰਾ ਸਾਹਿਬ 'ਚ ਜਦ ਜਾ ਕੇ ਮੱਥਾ ਟੇਕਿਆ ਤਾਂ ਜਿਹੜੇ ਬਾਬਾ ਜੀ ਸੀ ਉਹਨਾਂ ਨੇ ਤੀਰ ਮੈਨੂੰ ਫੜਾਇਆ। ਮੈਂ ਉਹਨਾਂ ਨੂੰ ਕਿਹਾ, ਬਾਬਾ ਜੀ ਇਹ ਜਿਹੜਾ ਤੀਰ ਸੀ ਇਹ ਸੰਤਾਂ ਦੇ ਹੱਥ 'ਚ ਹੁੰਦਾ ਸੀ, ਇਹਦੀ ਅਹਿਮੀਅਤ ਕੁਛ ਹੋਰ ਆ, ਸੋ ਇਹ ਮੇਰੇ ਹੱਥ 'ਚ ਨਹੀਂ ਸੁਹਾਉਂਦਾ। ਤਾਂ ਉਹ ਕਹਿੰਦੇ ਨਹੀਂ, ਮੈਂ ਤਾਂ ਪਿਆਰ ਨਾਲ ਦੇ ਰਿਹਾ, ਕਿਉਂਕਿ ਸੰਤ ਮਹਾਂਪੁਰਸ਼ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਕੋਲੇ ਆ ਕੇ ਰਹਿੰਦੇ ਹੁੰਦੇ ਸੀ, ਤਾਂ ਇਹ ਤਾਂ ਇੱਕ ਪਿਆਰ ਆ। ਸੋ ਕਈ ਮੌਕੇ ਇਹੋ ਜਿਹੇ ਹੁੰਦੇ ਆ ਜਦੋਂ ਤੁਸੀਂ ਉੱਥੇ ਜਿਹੜੇ ਮੋਹਰੀ ਬੰਦੇ ਆ ਗੁਰਦੁਆਰਾ ਸਾਹਿਬ 'ਚ, ਮੋਢੀ ਬੰਦੇ ਆ, ਉਹਨਾਂ ਦਾ ਦਿਲ ਨਹੀਂ ਤੋੜ ਸਕਦੇ, ਕਿਉਂਕਿ ਸੰਗਤ ਬੈਠੀ ਆ ਸਾਰੀ। ਤੇ ਉੱਥੇ ਇੱਕ ਮੌਕਾ ਇਹੋ ਜਿਹਾ ਸੀ ਵੀ ਮੈਂ ਉਹ ਤੀਰ ਉਹਨਾਂ ਤੋਂ ਫੜਿਆ ਤੇ ਗਾਂ ਫੜਾਤਾ ਕਿਸੇ ਸਾਡੇ ਸਾਥੀ ਦੇ ਹੱਥ 'ਚ ਵੀ ਬਾਈ ਜੀ ਇਹ ਸਾਂਭ ਕੇ ਰੱਖਿਓ, ਕਿਸੇ ਗੁਰਦੁਆਰਾ ਸਾਹਿਬ ਆਪਾਂ ਜਾ ਕੇ ਇਹ ਬਿਲਕੁਲ ਉੱਥੇ ਦੇ ਦਾਂਗੇ। ਉਹਨੇ 'ਚ ਉਹ ਫੋਟੋ ਖਿੱਚੀ ਗਈ। ਸੋ ਉਸ ਫੋਟੋ ਨੂੰ ਜੇ ਤੁਸੀਂ ਆਪਾਂ ਇਸ ਗੱਲ 'ਚ ਲਾ ਕੇ ਇਕੱਲਾ ਦੇਖ ਲਈਏ ਵੀ ਮੈਂ ਕਿਤੇ ਸੰਤਾਂ ਦੀ ਬਰਾਬਰੀ ਕਰਨ ਨੂੰ ਚਲਿਆ ਜਾਂ ਮੈਂ ਭਿੰਡਰਾਂ ਵਾਲਾ ਬਣਿਆ ਫਿਰਦਾ, ਦੇਖੋ ਇਹੋ ਜਿਹੀਆਂ ਗੱਲਾਂ ਸਾਡੇ ਆਮ ਤੌਰ 'ਤੇ ਤੁਰ ਪੈਂਦੀਆਂ। ਇਸ ਤਰ੍ਹਾਂ ਨਹੀਂ ਦੇਖਿਆ ਜਾਣਾ ਚਾਹੀਦਾ। ਮੇਰੇ ਤੋਂ ਜੇ ਕੋਈ ਖਤਾ ਹੋਈ ਹੈ ਇਸ ਗੱਲ 'ਚ, ਉਹਦੇ ਲਈ ਵੀ ਮੈਂ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ, ਪਰ ਉਹ ਬਿਲਕੁਲ ਹੀ ਇੱਕ
ਓਨੈਸਟ ਜਾਂ ਜਿਹੜੀ ਇਮਾਨਦਾਰੀ ਨਾਲ ਜਿਹੜੀ ਗੱਲ ਸੀ ਉਹ ਤੁਹਾਡੇ ਸਾਹਮਣੇ ਰੱਖਤੀ ਆ। ਸੋ ਉੱਥੋਂ ਕੁ ਤੱਕ ਇੱਕ ਸੈਂਸ ਆਫ ਪ੍ਰਪੋਰਸ਼ਨ ਨੂੰ ਸਮਝਦੇ ਹੋਏ ਮੇਰੀ ਜਿਹੜੀ ਸਮਰੱਥਾ ਉੱਥੋਂ ਕੁ ਤੱਕ ਮੈਨੂੰ ਰੱਖਿਆ ਕਰੋ। ਪੰਜਾਬ ਲਈ, ਪੰਜਾਬ ਦੇ ਲੋਕਾਂ ਲਈ, ਸਾਡੀ ਧਰਤੀ ਲਈ ਆਪਾਂ ਤੁਰੇ ਆ ਤੇ ਉਹਦੇ ਲਈ ਹਮੇਸ਼ਾ ਹੀ ਆਪਾਂ ਜਿੰਨਾ ਕਿ ਸਾਡੇ ਅੰਦਰ ਦਰਦ ਆ ਸਾਰਿਆਂ ਤੇ ਆਪਾਂ ਤੁਰੇ ਰਹਾਂਗੇ। ਆਪਦੇ ਲੋਕਾਂ ਲਈ, ਆਪਦੀ ਧਰਤੀ ਲਈ ਉਹ ਹਰ ਯਤਨ, ਉਹ ਹਰ ਹੀਲਾ ਕਰਾਂਗੇ ਜਿੰਨਾ ਆਪਾਂ ਨੂੰ ਵਾਹਿਗੁਰੂ ਉਨੀ ਸਮਰੱਥਾ ਬਖਸ਼ੂਗਾ ਤੇ ਆਪਾਂ ਕਰ ਸਕਦੇ ਹਾਂ। ਸੰਤਾਂ ਤੋਂ ਮੇਰੀ ਪ੍ਰੇਰਨਾ ਜ਼ਰੂਰ ਮੈਂ ਉਹਨਾਂ ਤੋਂ ਲੈਣਾ, ਉਹਨਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਜ਼ਰੂਰ ਲੈਣਾ। ਜੇ ਕਿਤੇ ਉਹ ਸ਼ਹਾਦਤ ਨਹੀਂ ਹੁੰਦੀ, ਹੋ ਸਕਦਾ ਅੱਜ ਮੈਂ ਵੀ ਇੱਥੇ ਨਾ ਹੁੰਦਾ, ਹੋ ਸਕਦਾ ਬਹੁਤ ਲੋਕ ਜਿਹੜੇ ਸੁੱਤੇ ਪਏ ਸੀ ਉਹ ਜਾਗਦੇ ਹੀ ਨਾ, ਜੇ ਕਿਤੇ ਉਹ ਸ਼ਹਾਦਤ ਨਾ ਹੋਈ ਹੁੰਦੀ, ਉਹ ਵਰਤਾਰਾ ਨਾ ਵਾਪਰਿਆ ਹੁੰਦਾ। ਸੋ ਸਾਨੂੰ ਨੀਂਦ ਚੋਂ ਜਗਾਉਣ ਖਾਤਰ ਹੀ ਉਹ ਵਰਤਾਰਾ, ਮੈਨੂੰ ਲੱਗਦਾ ਉਹਨਾਂ ਨੇ ਇਹ ਗੱਲ ਸਮਝ ਲਈ ਸੀ ਵੀ ਅਸੀਂ ਜਿਹੜੀ ਗੁਲਾਮੀ ਸਾਡੇ ਗਲਾਂ 'ਚ ਪਈ ਆ ਨਾ, ਇਹਨੂੰ ਸਮਝ ਨਹੀਂ ਪਾ ਰਹੇ। ਅਸੀਂ ਲਗਾਤਾਰ ਉਹਨੂੰ ਆਪਦੇ ਅੰਦਰ ਸਦੀਵੀ ਕਰ ਰਹੇ ਹਾਂ ਇੱਕ ਸਿਸਟਮ ਨੂੰ, ਤੇ ਇਹ ਸਮਝ ਰਹੇ ਹਾਂ ਵੀ ਕੁਝ ਵੀ ਤਾਂ ਗਲਤ ਨਹੀਂ ਹੋ ਰਿਹਾ, ਸਭ ਕੁਝ ਤਾਂ ਠੀਕ ਆ। ਪਰ ਉਸ ਵਰਤਾਰੇ ਨੇ ਸਾਨੂੰ ਇਹ ਜ਼ਰੂਰ ਸਿਖਾਤਾ ਜਾਂ ਇਹ ਪ੍ਰਤੱਖ ਕਰਤੀ ਗੱਲ ਵੀ ਅਸੀਂ ਜਿਸ ਹਾਲਾਤ 'ਚ ਇੱਥੇ ਰਹਿ ਰਹੇ ਹਾਂ ਉਹ ਬਾਹਲੇ ਸਿਖਾਵੇਂ ਨਹੀਂ ਆ। ਸੋ ਉਹਨਾਂ ਹਾਲਾਤਾਂ 'ਚ ਆਪਦੇ ਹੱਕ ਤੇ ਆਪਦੇ ਹਕੂਕ ਦੀ ਲੜਾਈ ਲਈ ਸਾਨੂੰ ਆਪਦੀ ਆਵਾਜ਼ ਬੁਲੰਦ ਕਰਨੀ ਪਊ। ਸੋ ਇਹ ਪ੍ਰੇਰਨਾ ਮੇਰੀ ਜ਼ਰੂਰ ਆ ਸੰਤਾਂ ਤੋਂ। ਬਾਕੀ ਮਾਤਾ ਬੈਠੇ ਆ ਨਾਲ, ਮਾਤਾ ਤੋਂ ਆਸ਼ੀਰਵਾਦ ਲੈ ਕੇ ਮਾੜਾ ਜਿਹਾ ਇੱਧਰ ਨੂੰ ਫੇਰ ਦਿਓ ਤੇ ਆਸ਼ੀਰਵਾਦ ਲੈ ਕੇ ਤੇ ਬਾਬਾ ਜੀ ਦੀ ਜਲਦੀ ਆਪਣੇ ਪਲਵਿੰਦਰ ਸਿੰਘ ਤਲਵਾੜਾ ਜੀ ਬਾਬਾ ਜੀ ਦੀ ਜਲਦੀ ਆਪਾਂ ਬੇਲ ਕਰਾਈਏ। ਤੁਸੀਂ ਸਾਰੇ ਅਰਦਾਸ ਕਰਿਓ ਤੇ ਸਾਰੇ ਜੁੜੇ ਰਹੋ, ਸਾਰੇ ਪੰਜਾਬ ਉਹ, ਕਿਉਂਕਿ ਉਹ ਆਪ ਘਰ ਦੇਖੋ, ਤੁਸੀਂ ਇੱਥੇ ਆ ਕੇ ਐਂ ਲੱਗਦਾ ਜਿਵੇਂ ਆਪਦੇ ਘਰੇ ਬੈਠੇ ਆ, ਕਿਉਂਕਿ ਮੈਂ ਲੰਘਦਾ ਟੱਪਦਾ ਫੇਰ ਘਰੇ ਆ ਜਾਂਦਾ ਹੁੰਦਾ। ਸੋ ਇੱਧਰ ਮਾਤਾ ਸਾਡੀ ਬੈਠੀ ਆ ਤੇ ਇਹ ਸਾਡਾ ਘਰ ਆ, ਇਹ ਪੰਜਾਬ ਦੇ ਹਰ ਉਸ ਨੌਜਵਾਨ ਦਾ, ਹਰ ਉਸ ਬੰਦੇ ਦਾ ਘਰ ਆ ਜਿਹੜਾ ਪੰਜਾਬ ਦੇ ਨਾਲ ਦਰਦ ਰੱਖਦਾ ਇੱਥੋਂ ਦੀ ਮਿੱਟੀ ਲਈ, ਇੱਥੋਂ ਦੇ ਲੋਕਾਂ ਲਈ, ਕਿਉਂਕਿ ਬਾਬਾ ਜੀ ਦੀ ਆਪਦੀ ਬੜੀ ਵੱਡੀ ਕੁਰਬਾਨੀ ਆ ਤੇ ਸੰਘਰਸ਼ੀ ਯੋਧੇ ਆ ਉਹ। ਇਸ ਲਈ ਆਪਾਂ ਰਲ ਮਿਲ ਕੇ ਪਰਿਵਾਰਕ ਤੌਰ ਤੇ ਇਹ ਸੰਘਰਸ਼ ਕਰਨੇ ਆ। ਸਾਡੇ ਸਾਰੇ ਅੱਜ ਨਵਰੀਤ ਦੇ ਦਾਦਾ ਜੀ ਨੂੰ ਵੀ ਮਿਲ ਕੇ ਆਏ, ਉਹਨਾਂ ਨਾਲ ਵੀ ਬੜੀਆਂ ਚੰਗੀਆਂ ਗੱਲਾਂ ਹੋਈਆਂ, ਬੜੀ ਚੰਗੀ ਸ਼ਖਸੀਅਤ ਆ ਉਹਨਾਂ ਦੀ, ਬੜਾ ਕੁਝ ਸਿੱਖਣ ਨੂੰ ਮਿਲਿਆ। ਇਸੇ ਤਰ੍ਹਾਂ ਜੁਗਰਾਜ ਦੇ ਦਾਦਾ ਜੀ, ਉਹਨਾਂ ਦੇ ਪਰਿਵਾਰ ਨੂੰ ਵੀ ਮਿਲੇ। ਸੋ ਉਹ ਵੀ ਬੇਲ ਐਪਲੀਕੇਸ਼ਨ ਜਿਵੇਂ ਮੈਂ ਕਿਹਾ ਲੱਗੀ ਆ ਤੇ ਜਲਦੀ ਪ੍ਰਮਾਤਮਾ ਇਹ ਵਾਹਿਗੁਰੂ ਮਿਹਰ ਕਰੇ ਵੀ ਉਹਦੀ ਬੇਲ ਬਾਹਰੋਂ ਬਾਹਰ ਹੀ ਨਿਬੜ ਜੇ, ਹਜੇ ਉਹ ਅੰਦਰ ਨਹੀਂ ਆ। ਸੋ ਬਾਹਰੋਂ ਬਾਹਰ ਹੀ ਨਿਬੜ ਜੇ। ਸਾਰਿਆਂ ਲਈ, ਲੱਖੇ ਲਈ ਵੀ ਆਪਾਂ ਉਵੇਂ ਹੀ ਖੜੇ ਆ, ਸਾਰਿਆਂ ਲਈ ਖੜੇ ਆ। ਜਿੱਥੇ ਜਿੱਥੇ ਕੋਈ ਧੱਕਾ ਹੋਊਗਾ ਆਪਾਂ ਆਪਦੀ ਆਵਾਜ਼ ਜ਼ਰੂਰ ਬੁਲੰਦ ਕਰਾਂਗੇ। ਬਾਕੀ ਇੱਕ ਗੱਲ ਬਹੁਤ ਜ਼ਰੂਰੀ ਆ ਕਰਨੀ, ਉਹ ਇਹ ਆ ਵੀ ਕਿਸਾਨੀ ਸੰਘਰਸ਼ 'ਚ ਪਲਾਂਟਡ ਕੌਣ ਆ ਤੇ ਗਦਾਰ ਕੌਣ ਆ। ਇਹ ਗੱਲ ਕੱਲ ਮੈਂ ਇਸ ਤੇ ਇੱਕ ਪੂਰਾ ਸੈਸ਼ਨ ਕਰੂੰਗਾ। ਇਹ ਗੱਲ ਤੱਥਾਂ ਦੇ ਆਧਾਰ ਤੇ ਆਪਾਂ ਕਰਾਂਗੇ, ਕਿਸ ਬੰਦੇ ਨੂੰ ਪਲਾਂਟ ਕੀਤਾ ਸਰਕਾਰ ਨੇ, ਕਿਹੜਾ ਬੰਦਾ ਗਦਾਰ ਆ, ਤੇ ਸਾਨੂੰ ਹੁਣ ਇਹ ਗੱਲਾਂ ਨੂੰ ਸਮਝ ਕੇ ਏਕੇ 'ਚ ਕਿਵੇਂ ਚੱਲਣਾ ਚਾਹੀਦਾ। ਸੰਘਰਸ਼ ਪੰਜਾਬ ਦਾ, ਸੰਘਰਸ਼ ਸਾਡਾ, ਉਹ ਸੰਘਰਸ਼ ਅਸੀਂ ਜਿੱਤ ਕੇ ਆਈਏ, ਸਾਡੀ ਇਹੀ ਅਰਦਾਸ ਆ ਦਿਨ ਰਾਤ। ਕਿਉਂਕਿ ਸੰਘਰਸ਼ ਜੇ ਜਿੱਤਾਂਗੇ ਤਾਂ ਪੰਜਾਬ ਦੀ ਜਿਹੜੀ ਆਉਣ ਵਾਲੀ ਭਵਿੱਖ ਦੀ ਨੁਹਾਰ ਹੀ ਬਦਲੀ ਜਾਊਗੀ। ਸੋ ਇੰਨੀਆਂ ਕੁ ਬੇਨਤੀਆਂ ਤੁਹਾਡੇ ਨਾਲ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।